ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਦੀ ਪਿਆਰੀ ਗੁਰੂ ਦੀ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨੀ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੱਡ ਭਾਗੇ ਹੋ ਜੋ ਕਿ ਸਤਿਗੁਰਾਂ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਜਿਹਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਸਨ, ਜਿਨ੍ਹਾਂ ਦੀ ਪੂਰਨ ਸਮਾਪਤੀ ਹੋਈ ਹੈ। ਆਪ ਜੀ ਰਲ ਮਿਲ ਕਰਕੇ ਬਾਣੀ ਦੇ ਪ੍ਰਵਾਨ ਨੂੰ ਸਰਵਣ ਕਰ ਰਹੇ ਸੀ। ਜਿੰਨਾ ਕੁ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਨੇ ਕੁ ਸਮੇਂ ਦੇ ਅੰਦਰ ਰਹਿ ਕਰਕੇ ਆਪ ਜੀ ਨਾਲ ਕੁਝ 5-10 ਮਿੰਟ ਵਿਚਾਰਾਂ ਦੀ ਸਾਂਝ ਪਾਉਣੀ ਹੈ, ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਤਨਾਮ ਸਿੰਘ ਜੀ ਸਲੋਪੁਰੀ ਲੁਧਿਆਣੇ ਤੋਂ ਆਪਣੇ ਕੋਲ ਪਹੁੰਚ ਚੁੱਕੇ ਹਨ। ਉਹਨਾਂ ਨੇ ਆਪ ਜੀ ਨਾਲ ਗੁਰਮਤਿ ਦੀਆਂ ਵਿਚਾਰਾਂ ਨਾਲ ਆਪ ਜੀ ਨੂੰ ਸਰਵਣ ਕਰਵਾਉਣੀਆਂ ਹਨ। ਆਪਾਂ ਉਹਨਾਂ ਦੇ ਕੀਮਤੀ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਜੋ ਕਿ ਪੰਚਮ ਪਿਤਾ ਧੰਨਸ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਤੋਂ ਆਦਿ ਬੀੜ ਦੀ ਸੰਪਾਦਨਾ ਕਰਵਾਈ, ਜਿਸ ਨੂੰ ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਨਮਸਕਾਰ ਕਰਦੇ ਹਾਂ। ਔਰ ਸਤਿਗੁਰੂ ਜੀ ਨੇ ਇਸ ਆਦਿ ਬੀੜ ਨੂੰ ਇਹਨਾਂ ਜੋ ਪੋਥੀਆਂ ਰੂਪ ਦੇ ਵਿੱਚ ਸਾਡੇ ਕੋਲੇ ਬਾਣੀ ਸੀ, ਤੇ ਉਸ ਬਾਣੀ ਨੂੰ ਸਤਿਗੁਰੂ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ ਬਖਸ਼ਿਸ਼ ਕੀਤਾ। ਉਸ ਬਾਣੀ ਦਾ ਨਾਮ ਨਿਰੰਕਾਰ ਦੀ ਬਾਣੀ ਦੇ ਨਾਲ ਨਵਾਜਿਆ। ਸਤਿਗੁਰੂ ਜੀ ਦੀ ਆਪਾਂ ਬਚਨ ਪੜ੍ਹਦੇ ਹਾਂ ਬਾਣੀ ਦੇ ਅੰਦਰ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਇਹ ਬਾਣੀ ਉਹ ਬਾਣੀ ਹੈ ਕਿ ਜਿਹੜੀ ਨਿਰੰਕਾਰ ਦੀ ਬਾਣੀ ਹੈ। ਇਸ ਬਾਣੀ ਨੂੰ ਸਤਿਗੁਰੂ ਜੀ ਨੇ ਇੱਕ ਪੋਥੀ ਦੇ ਵਿੱਚ ਸੰਪਾਦਨਾ ਕਰਵਾਈ, ਜਿਹਨੂੰ ਅਸੀਂ ਪਰਮੇਸ਼ਰ ਕਹਿੰਦੇ ਹਾਂ। ਇਹ ਬਾਣੀ ਨੂੰ ਅਸੀਂ ਤੁਰਕੀ ਬਾਣੀ ਦਾ ਦਰਜਾ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜਦੋਂ ਅਸੀਂ ਤੁਰਕੀ ਬਾਣੀ ਦਾ ਨਾਮ ਲੈਂਦੇ ਹਾਂ ਨਾ ਵੀ ਤੁਰਕੀ ਬਾਣੀ ਆਈ, ਆਪਾਂ ਸਿਰਫ ਕੇਵਲ ਇੰਨੇ ਕੁ ਟੌਪਿਕ ਨੂੰ ਸਮਝਣ ਦਾ ਯਤਨ ਕਰੀਏ ਕਿ ਤੁਰਕੀ ਬਾਣੀ ਕਹਿੰਦੇ ਕਿਹਨੂੰ ਆ। ਬਾਕੀ ਵਿਚਾਰਾਂ ਆਪਾਂ ਬਹੁਤ ਹੁਣ ਤੱਕ ਇਤਿਹਾਸ ਨੂੰ ਸਰਵਣ ਕਰਦੇ ਆਏ ਹਾਂ ਵੀ 1 ਸਤੰਬਰ 1604 ਦੇ ਵਿੱਚ ਗੁਰੂ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਕਰਵਾਇਆ। ਕਿਵੇਂ ਕਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਇਕੱਠੀ ਕੀਤੀ, ਪੋਥੀਆਂ ਰੂਪ ਦੇ ਵਿੱਚ ਆਪਣੇ ਕੋਲੇ ਬਾਣੀ ਸੀ, ਤੇ ਇਹਨੂੰ ਆਦਿ ਬੀੜ ਨੂੰ ਤਿਆਰ ਕਰਾਉਣ ਦਾ ਕਿਉਂ ਗੁਰੂ ਸਾਹਿਬ ਨੇ ਸੰਕਲਪ ਰਚਿਆ, ਹੈ ਨਾ। ਬਾਬਾ ਮਿਹਰਬਾਨ ਨੇ ਕੱਚੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ, ਤੇ ਜਿਹਦੇ ਕਰਕੇ ਇਹ ਸਾਰਾ ਕੁਝ ਕਰਨਾ ਪਿਆ। ਇਸ ਬਾਣੀ ਨੂੰ ਅਸੀਂ ਸੱਚੀ ਬਾਣੀ ਕਹਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ। ਗੁਰੂ ਜੀ ਕਹਿੰਦੇ ਗੁਰੂ ਦੀ ਬਾਣੀ ਤੋਂ ਬਿਨਾਂ ਬਾਕੀ ਸਾਰੀ ਬਾਣੀ ਕੱਚੀ ਹੈ, ਤੇ ਇਸ ਬਾਣੀ ਨੂੰ ਸੱਚੀ ਬਾਣੀ ਕਿਹਾ ਗਿਆ। ਸਤਿਗੁਰੂ ਜੀ ਨੇ ਇਸ ਕਰਕੇ ਆਵਾਜ਼ ਮਾਰੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ।
ਇਸ ਬਾਣੀ ਨੂੰ ਸੱਚੀ ਬਾਣੀ ਕਿਹਾ ਤੇ ਇਸ ਬਾਣੀ ਤੋਂ ਇਲਾਵਾ ਜਿਹੜੀ ਦੂਸਰੀ ਬਾਣੀ ਹੈ ਉਹ ਕੱਚੀ ਹੈ। ਜਦੋਂ ਅਸੀਂ ਬਾਣੀ ਦੇ ਸ਼ਬਦਕ ਅਰਥਾਂ ਦੇ ਵੱਲ ਜਾਂਦੇ ਹਾਂ, ਬਾਣੀ ਦੇ ਸ਼ਬਦਕ ਅਰਥ ਕੀ ਨੇ? ਬਾਣੀ ਦੇ ਸ਼ਬਦਕ ਅਰਥ ਹੁੰਦੇ ਆ ਬੋਲ। ਬਾਣੀ ਦਾ ਅਰਥ ਜਿਹੜਾ ਹੈ ਉਹ ਹੈ ਆਵਾਜ਼। ਜੋ ਸਾਡੇ ਅੰਦਰੋਂ ਜਿਹੜੀ ਆਵਾਜ਼ ਨਿਕਲਦੀ ਹੈ, ਜੋ ਅਸੀਂ ਆਪਣੇ ਅੰਦਰੋਂ ਜਿਹੜੀ ਬੋਲੀ ਬੋਲਦੇ ਆ, ਉਹਨੂੰ ਬਾਣੀ ਕਹਿੰਦੇ ਆ। ਸਹਿਜ ਸੁਭਾਅ ਕਈ ਵਾਰ ਆਪਾਂ ਕਹਿੰਦੇ ਆ ਭਾਈ ਤੇਰੀ ਬੋਲ ਬਾਣੀ ਠੀਕ ਨਹੀਂ ਹੈ, ਇਹਨੂੰ ਠੀਕ ਕਰ। ਬਾਕੀ ਬਾਣੀ ਨੂੰ ਕੱਚੀ ਬਾਣੀ ਕਿਹਾ ਤੇ ਇਸ ਬਾਣੀ ਨੂੰ ਸੱਚੀ ਬਾਣੀ ਕਿਉਂ ਕਿਹਾ? ਇਹ ਬਾਣੀ ਸੱਚੀ ਇਸ ਕਰਕੇ ਹੈ, ਇਹ ਬਾਣੀ ਧੁਰ ਕੀ ਬਾਣੀ ਹੈ। ਹੁਣ ਕਿਹੜੇ ਧੁਰ ਤੋਂ ਬਾਣੀ ਆਈ? ਕਈ ਵਾਰ ਅਸੀਂ ਸੋਚਦੇ ਹਾਂ ਵੀ ਇਹ ਜੀ ਸੱਚਖੰਡ ਚੋਂ ਬਾਣੀ ਆਈ, ਦਰਗਾਹ ਦੇ ਵਿੱਚੋਂ ਬਾਣੀ ਆਈ, ਹਾਲੇ ਤੱਕ ਅਸੀਂ ਇਸ ਚੀਜ਼ ਨੂੰ ਪਕੜੀ ਨਹੀਂ ਪਾਏ। ਮੈਂ ਅਰਥ ਕਰਦਾ ਪਿਆ ਸੀ, ਜੇ ਸਾਨੂੰ ਇਹ ਪਕੜ ਦੇ ਵਿੱਚ ਆ ਜਾਏ ਕਿ ਬਾਣੀ ਧੁਰ ਕੀ ਬਾਣੀ ਨੂੰ ਕਿਉਂ ਕਿਹਾ ਗਿਆ, ਕੀ ਇਹ ਸੱਚਖੰਡ ਦੇ ਵਿੱਚੋਂ ਬਾਣੀ ਆਈ, ਕੀ ਇਹ ਆਕਾਸ਼ ਬਾਣੀ ਹੈ ਵੀ ਉੱਪਰੋਂ ਬਾਣੀ ਆਈ? ਨਹੀਂ, ਇਸ ਬਾਣੀ ਨੂੰ ਧੁਰ ਕੀ ਬਾਣੀ ਕਿਹਾ। ਧੁਰ ਕੀ ਹੈ ਇਹ ਆਪਾਂ ਭਾਈ ਕਾਹਨ ਸਿੰਘ ਜੀ ਨਾਭਾ ਜੀ ਤੋਂ ਪੁੱਛਦੇ ਹਾਂ। ਅੱਜ ਉਹਨਾਂ ਨੇ ਮਹਾਨ ਕੁਸ਼ ਦੇ ਅੰਦਰ ਇਹਦੇ ਬੜੇ ਪਿਆਰੇ ਅਰਥ ਕੀਤੇ ਆ। ਭਾਈ ਕਾਹਨ ਸਿੰਘ ਜੀ ਨਾਭਾ ਜੀ ਕਹਿਣ ਲੱਗੇ, ਕਹਿੰਦੇ ਭਾਈ ਜਿਵੇਂ ਸੰਸਾਰ ਦੀ ਜਿਹੜੀ ਉਤਪਤੀ ਹੋਈ ਹੈ ਨਾ, ਸੰਸਾਰ ਦੀ ਉਤਪਤੀ, ਇਹ ਸੰਸਾਰ ਦੀ ਉਤਪਤੀ ਜਿਹੜੀ ਹੋਈ ਹੈ ਤੇ ਉਹ ਚਾਰ ਵਸਤੂਆਂ ਦੇ ਵਿੱਚੋਂ ਹੋਈ, ਚਾਰ ਚੀਜ਼ਾਂ ਦੇ ਵਿੱਚੋਂ ਹੋਈ। ਚਾਰ ਚੀਜ਼ਾਂ ਕਿਹੜੀਆਂ ਨੇ? ਸੰਸਾਰ ਦੀ ਉਤਪਤੀ ਕਰਨ ਵਾਸਤੇ ਉਸ ਮਾਲਕ ਜੀ ਨੇ, ਵਾਹਿਗੁਰੂ ਜੀ ਨੇ ਚਾਰ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਦੁਨੀਆ ਤੇ, ਅੰਡਜ, ਜੇਰਜ, ਸੇਤਜ, ਉਤਪੁਜ। ਇਹਨਾਂ ਨੂੰ ਅਸੀਂ ਚਾਰ ਖਾਣੀਆਂ ਕਹਿੰਦੇ ਹਾਂ। ਜਿਵੇਂ ਚਾਰ ਖਾਣੀਆਂ ਦੇ ਵਿੱਚੋਂ ਸੰਸਾਰ ਦੀ ਉਤਪਤੀ ਹੋਈ ਹੈ, ਜੀਵ ਜੰਤੂ ਸਾਰਾ ਕੁਝ ਚਾਰ ਖਾਣੀਆਂ ਦੇ ਵਿੱਚੋਂ ਪੈਦਾ ਹੋਇਆ। ਅੰਡੇ ਤੋਂ ਪੈਦਾ ਜੀਵ ਜੰਤੂ ਹੋਏ ਨੇ, ਜੇਰ ਤੋਂ ਪੈਦਾ ਹੋਏ ਨੇ, ਸੇਤਜ ਕਹਿੰਦੇ ਆ ਗਰਮੈਸ਼ ਨੂੰ, ਮੁੜਕੇ ਤੋਂ ਪੈਦਾ ਹੋਇਆ ਜੂਆਂ ਆਦਿਕ, ਤੇ ਉਤਪੁਜ ਦਾ ਅਰਥ ਹੁੰਦਾ ਧਰਤੀ, ਧਰਤੀ ਤੋਂ ਪੈਦਾ ਹੋਈਆਂ। ਚਾਰ ਖਾਣੀਆਂ ਤੋਂ ਚੀਜ਼ ਪੈਦਾ ਹੋਈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕੀਤੀਆਂ ਬਾਣੀ ਤੀਆਂ ਖਾਣੀ। ਜਿੰਨੀਆਂ ਖਾਣੀਆਂ ਨੇ, ਕੀਤੀਆਂ ਖਾਣੀ, ਕੀਤੀਆਂ ਬਾਣੀ ਦਾ ਸ਼ਬਦ ਪੜ੍ਹਦੇ ਆ ਜਾਂ ਗੁਰੂ ਸਾਹਿਬ ਜੀ ਬਾਣੀ ਸਮਝਾਉਂਦੇ ਨੇ, ਜੇਤੀਆਂ ਖਾਣੀ ਤੇਤੀਆਂ ਬਾਣੀ। ਜਿੰਨੀਆਂ ਖਾਣੀਆਂ ਤੇ ਓਨੀਆਂ ਹੀ ਬਾਣੀਆਂ ਨੇ। ਬੇਸ਼ੱਕ ਦੀ ਬਾਣੀ ਸਾਡੀ ਇੱਕ ਹੈ। ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਤਿਗੁਰੂ ਜੀ ਕਹਿੰਦੇ ਭਾਈ ਇੱਕ ਬਾਣੀ ਹੈ, ਇੱਕ ਗੁਰੂ ਹੈ ਤੇ ਇੱਕ ਗੁਰੂ ਦੀ ਵਿਚਾਰ ਵੀ ਇੱਕ ਹੈ। ਹੁਣ ਇੱਥੇ ਆਪਾਂ ਜ਼ਿਕਰ ਕਰਦੇ ਹਾਂ ਵੀ ਚਾਰ ਖਾਣੀਆਂ ਤੇ ਚਾਰ ਹੀ ਬਾਣੀਆਂ ਨੇ। ਮੈਂ ਬਾਣੀ ਦੇ ਅਰਥ ਕੀਤੇ ਸੀਗੇ। ਬਾਣੀ ਦਾ ਅਰਥ ਹੁੰਦਾ ਬੋਲ, ਆਵਾਜ਼। ਇੱਕ ਬੋਲ ਨੂੰ ਪੈਦਾ ਕਰਨ ਵਾਸਤੇ ਚਾਰ ਬਾਣੀਆਂ ਵੀ ਦੀ ਲੰਘਣਾ ਪੈਂਦਾ ਹੈ। ਜਿਵੇਂ ਚਾਰ ਖਾਣੀਆਂ ਦੇ ਵਿੱਚੋਂ ਸ੍ਰਿਸ਼ਟੀ ਪੈਦਾ ਹੋਈ, ਇਸੇ ਤਰ੍ਹਾਂ ਇੱਕ ਆਵਾਜ਼ ਨੂੰ ਪੈਦਾ ਕਰਨ ਵਾਸਤੇ ਚਾਰ ਬਾਣੀਆਂ ਵੀ ਦੀ ਲੰਘਣਾ ਪਏਗਾ। ਇਹ ਚਾਰ ਬਾਣੀਆਂ ਦਾ ਜ਼ਿਕਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੀਤਾ। ਸਭ ਤੋਂ ਪਹਿਲੀ ਬਾਣੀ ਦਾ ਨਾਮ ਹੈ ਪ੍ਰਭ ਬਾਣੀ, ਦੂਸਰੀ ਬਾਣੀ ਦਾ ਨਾਮ ਹੈ ਬਸੰਤੀ ਬਾਣੀ, ਤੀਸਰੀ ਬਾਣੀ ਦਾ ਨਾਮ ਹੈ ਮੁਦਰ ਬਾਣੀ ਤੇ ਚੌਥੀ ਬਾਣੀ ਦਾ ਨਾਮ ਹੈ ਬੈਖਰੀ ਬਾਣੀ। ਇਹ ਚਾਰ ਬਾਣੀਆਂ ਨੇ। ਜਿਵੇਂ ਚਾਰ ਸਾਡੀਆਂ ਖਾਣੀਆਂ ਤੇ ਇਸੇ ਤਰ੍ਹਾਂ ਚਾਰ ਸਾਡੀਆਂ ਬਾਣੀਆਂ ਨੇ। ਹੁਣ ਇਹ ਚਾਰ ਬਾਣੀਆਂ ਦਾ ਜ਼ਿਕਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੀਤਾ। ਸਭ ਤੋਂ ਜਿਹੜੀ ਪਹਿਲੀ ਬਾਣੀ ਹੈ ਤੇ ਪਹਿਲੀ ਬਾਣੀ ਦਾ ਨਾਮ ਹੈ ਪ੍ਰਭ ਬਾਣੀ, ਸਾਡੇ ਮੂਲ ਧਾਰ ਦੇ ਵਿੱਚੋਂ ਉੱਠਦੀ ਹੈ। ਜ਼ਿਕਰ ਮੈਂ ਉਹਦਾ ਹੀ ਕਰਨਾ ਕਿਉਂਕਿ ਆਪਣੇ ਕੋਲ ਸਮਾਂ ਬੜਾ ਸੀਮਤ ਆ, ਸਾਡੇ ਕੋਲ ਚੰਗਾ ਨਹੀਂ ਲੱਗਦਾ ਕਿ ਜਦੋਂ ਸੀਨੀਅਰ ਵੀਰ ਬੈਠੇ ਹੋਣ। ਸੋ ਮੈਂ ਜ਼ਿਕਰ ਕਰਦਾ ਪਿਆ ਕਿ ਜ਼ਿਕਰ ਕਰਦੇ ਸੀ ਧੁਰ ਕੀ ਬਾਣੀ ਦਾ। ਜਿਹੜੀ ਸਭ ਤੋਂ ਪਹਿਲੀ ਬਾਣੀ ਹੈ ਪ੍ਰਭ ਬਾਣੀ। ਪ੍ਰਭ ਬਾਣੀ ਸਾਡੇ ਮੂਲ ਧਾਰ ਦੇ ਵਿੱਚੋਂ ਉੱਠਦੀ ਹੈ। ਮੂਲ ਧਾਰ ਕਹਿੰਦੇ ਨੇ ਸਾਡੀ ਨਾਭੀ ਨੂੰ, ਉਹ ਹੈ ਪ੍ਰਭ ਬਾਣੀ। ਜਿਹੜੀ ਆਵਾਜ਼ ਆ ਨਾ ਸਾਡੇ ਅੰਦਰੋਂ, ਜਦੋਂ ਅਸੀਂ ਬੋਲਦੇ ਆ, ਸਾਡੀ ਆਵਾਜ਼ ਜਿਹੜੀ ਉਹ ਨਾਭੀ ਦੇ ਵਿੱਚ ਉੱਠਦੀ ਹੈ, ਉਹਨੂੰ ਪ੍ਰਭ ਬਾਣੀ ਕਹਿੰਦੇ ਆ। ਨਾਭੀ ਦੇ ਵਿੱਚੋਂ ਆਵਾਜ਼ ਉੱਠ ਕੇ ਸਾਡੇ ਹਿਰਦੇ 'ਚ ਆਈ ਤੇ ਉਹਨੂੰ ਬਸੰਤੀ ਬਾਣੀ ਕਹਿੰਦੇ ਆ। ਤੇ ਜਿਹੜੀ ਆਵਾਜ਼ ਹਿਰਦੇ 'ਚੋਂ ਉੱਠ ਕੇ ਸਾਡੇ ਕੰਠ ਦੇ ਵਿੱਚ ਆਈ, ਉਹਨੂੰ ਮੁਦਰ ਬਾਣੀ ਕਹਿੰਦੇ ਆ। ਤੇ ਜਿਸ ਨੂੰ ਅਸੀਂ ਰਸਨਾ ਦੁਆਰਾ ਸ਼ਬਦ ਬਣਾ ਕੇ ਬਾਹਰ ਕੱਢਿਆ, ਉਹਨੂੰ ਵੈਖਰੀ ਬਾਣੀ ਕਹਿੰਦੇ ਆ। ਇੱਕ ਆਵਾਜ਼ ਨੂੰ ਪੈਦਾ ਕਰਨ ਵਾਸਤੇ ਚਾਰ ਤਰੀਕਿਆਂ ਵਿਧੀ ਲੰਘਣਾ ਪਿਆ, ਪਰ ਸ਼ਬਦ ਇੱਕੋ ਹੀ ਪੈਦਾ ਹੋਇਆ। ਹੁਣ ਇਹਨੂੰ ਕਹਿੰਦੇ ਸੀ ਮੂਲ ਧਾਰ। ਨਾਭੀ ਨੂੰ ਮੂਲ ਧਾਰ ਇਸ ਕਰਕੇ ਕਿਹਾ ਜਾਂਦਾ, ਆਪ ਜੀ ਸਾਰੇ ਜਾਣਦੇ ਹੋ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਨਾਭੀ ਤੇ ਇੱਕ ਨਾੜੂਆ ਲੱਗਿਆ ਹੁੰਦਾ, ਜਿਹਨੂੰ ਅਸੀਂ ਤਣਾ ਬੋਲਦੇ ਹਾਂ, ਜੜ। ਇਹ ਹੁੰਦੇ ਆ ਬੰਦੇ ਦਾ ਧੁਰਾ, ਇਹਨੂੰ ਧੁਰਾ ਕਹਿੰਦੇ ਆ। ਗੁਰੂ ਜੀ ਨੇ ਇਸ ਕਰਕੇ ਕਿਹਾ, ਕਹਿੰਦੇ ਭਾਈ ਜਿਹੜਾ ਆਪਣੇ ਧੁਰੇ ਨਾਲ ਟੁੱਟ ਜਾਂਦਾ ਨਾ ਤੇ ਸੰਸਾਰ ਦੇ ਮੋਹ ਮਾਇਆ ਦੇ ਗੇੜ ਦੇ ਵਿੱਚ ਆ ਜਾਂਦਾ ਹੈ।
ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਲਿਵ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮੇਰੇ ਮਾਲਕ ਜੀ ਕਹਿੰਦੇ ਭਲਿਆ ਜਦੋਂ ਤੇਰਾ ਜਨਮ ਹੋਇਆ ਨਾ ਤੇਰੀ ਲਿਵ ਟੁੱਟ ਗਈ ਤੇ ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਗਏ। ਸੋ ਖੈਰ ਜ਼ਿਕਰ ਕਰਦਾ ਪਿਆ, ਬੱਚੇ ਦਾ ਜਨਮ ਹੋਇਆ ਤੇ ਮੂੰਹ ਮਾਇਆ ਦੇ ਗੀੜ ਦੇ ਵਿੱਚ ਆ ਗਿਆ ਤੇ ਉਹ ਧੁਰੇ ਦੇ ਨਾਲੋਂ ਟੁੱਟ ਗਿਆ। ਉਸੇ ਧੁਰੇ ਦੇ ਨਾਲ ਜੋੜਨ ਵਾਸਤੇ ਸਤਿਗੁਰੂ ਜੀ ਨੇ ਇਸ ਧੁਰ ਕੀ ਬਾਣੀ ਦੀ ਰਚਨਾ ਕੀਤੀ। ਇਹ ਉਹ ਧੁਰ ਕੀ ਬਾਣੀ ਹੈ ਜਿਸ ਬਾਣੀ ਨੂੰ ਬਾਬਾ ਨਾਨਕ ਜੀ ਕਹਿੰਦੇ ਪਏ ਮਰਦਾਨਿਆਂ ਰਵਾਬ ਚੁੱਕ ਬਾਣੀ ਆਈ ਹੈ। ਭਾਵ ਕਿ ਅੰਦਰੋਂ ਜਦੋਂ ਉਹਨਾਂ ਦੇ ਅੰਦਰੋਂ ਆਵਾਜ਼ ਉੱਠਦੀ ਸੀ ਨਾ, ਅੰਦਰੋਂ, ਹੁਣ ਸਮਝਣ ਦਾ ਯਤਨ ਕਰੋ, ਧੁਰ ਕੀ ਬਾਣੀ ਦਾ ਭਾਵ ਇਹ ਨਹੀਂ ਵੀ ਤਾਹਾਂ ਤੋਂ ਬਾਣੀ ਆਈ ਹੈ ਜਾਂ ਆਕਾਸ਼ ਬਾਣੀ ਆਈ ਹੈ, ਨਹੀਂ, ਇਹ ਬਾਬਾ ਨਾਨਕ ਜੀ ਨੇ ਆਪਣੇ ਅੰਦਰੋਂ ਬੋਲੀ ਹੈ। ਇਹਨੂੰ ਧੁਰਾ ਕਹਿੰਦੇ ਆ, ਭਾਵ ਕਿ ਉਹਨਾਂ ਦੀ ਨਾਭੀ ਦੇ ਵਿੱਚੋਂ। ਧੁਰਾ ਦੀ ਆਵਾਜ਼ ਕਿਉਂ? ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਆ ਜਿਹੜੀ ਖਸਮ ਕੀ ਬਾਣੀ ਸੀ, ਕਿਉਂ? ਕਿਉਂਕਿ ਬਾਬਾ ਨਾਨਕ ਜੀ ਪਹਿਲਾਂ ਹੀ ਧੁਰੇ ਦੇ ਨਾਲ ਜੁੜੇ ਹੋਏ ਸੀ। ਬਾਬਾ ਨਾਨਕ ਜੀ ਨਹੀਂ ਟੁੱਟੇ ਧੁਰੇ ਨਾਲੋਂ, ਉਹ ਪਹਿਲੇ ਜੁੜੇ ਹੋਏ ਸੀ। ਉਹ ਧੁਰੇ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਅੰਦਰੋਂ ਸੱਚ ਦੀ ਹੀ ਆਵਾਜ਼ ਨਿਕਲਦੀ ਪਈ ਹੈ। ਇਹਨੂੰ ਸੱਚੀ ਬਾਣੀ ਇਸ ਕਰਕੇ ਕਿਹਾ। ਇਹ ਇਕੱਲੇ ਬਾਬਾ ਨਾਨਕ ਦੀ ਬਾਣੀ ਨਹੀਂ, ਜਿਹਨੂੰ ਅਸੀਂ ਨਮਸਕਾਰ ਕਰਦੇ ਹਾਂ, ਜੋ ਬਾਣੀ ਨਿਰੰਕਾਰ ਦੀ ਬਾਣੀ ਹੈ। ਮੇਰੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਕਹਿੰਦੇ ਕਿ ਭਲਿਓ ਇਹ ਬਾਣੀ 35 ਮਹਾਂਪੁਰਖਾਂ ਦੀ ਬਾਣੀ ਹੈ। 35 ਮਹਾਂਪੁਰਖਾਂ ਦੀ। 1604 ਦੇ ਵਿੱਚ 34 ਮਹਾਂਪੁਰਖਾਂ ਦੀ ਬਾਣੀ ਸੀ ਤੇ 1706 ਤੇ 1707 ਦੇ ਵਿੱਚ ਜਿਹੜੀ ਇਹ ਬਾਣੀ ਜਿਹੜੀ ਸੀ ਉਹ 35 ਮਹਾਂਪੁਰਖਾਂ ਦੀ ਬਾਣੀ ਹੋਈ। 6 ਗੁਰੂ ਸਾਹਿਬਾਨਾਂ ਦੀ ਬਾਣੀ ਜੋ ਅੱਜ ਸਾਡੇ ਕੋਲ ਪ੍ਰਕਾਸ਼ ਹੈ। 6 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤ, 11 ਭੱਟ, 3 ਗੁਰਸਿੱਖ। ਇਹ ਗੁਰਸਿੱਖਾਂ ਦੀ ਬਾਣੀ ਜਿਹੜੀ ਕੁੱਲ ਮਿਲਾ ਕੇ ਜਿਹੜੇ 35 ਮਹਾਂਪੁਰਖਾਂ ਦੀ ਬਾਣੀ ਹੋਈ। ਜਿਹੜੀ ਆਦਿ ਬੀੜੀ ਜਿਹੜਾ 1604 ਦੇ ਵਿੱਚ ਪ੍ਰਕਾਸ਼ ਹੋਇਆ ਸੀ, ਉਹਦੇ ਚ ਪਹਿਲੇ 5 ਗੁਰੂਆਂ ਦੀ ਬਾਣੀ ਸੀ ਤੇ 15 ਭਗਤ, 11 ਭੱਟ ਤੇ 3 ਗੁਰਸਿੱਖਾਂ ਦੀ ਬਾਣੀ ਸੀ, ਜਿਹਦਾ ਪਹਿਲਾ ਪ੍ਰਕਾਸ਼ ਆਪ ਜੀ ਬੜਾ ਦਿਹਾੜਾ ਮਨਾ ਰਹੇ ਹੋ। ਇਸ ਬਾਣੀ ਨੂੰ ਨਿਰੰਕਾਰ ਦੀ ਬਾਣੀ ਕਿਹਾ। ਸਤਿਗੁਰੂ ਜੀ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਗੁਰੂ ਸਵਰ ਇਹ ਬਾਣੀ ਜਿਹੜੀ ਮਹਾਂਪੁਰਖਾਂ ਦੀ ਬਾਣੀ ਹੈ, ਜੋ ਉਹਨਾਂ ਨੇ ਆਪਣੇ ਅੰਦਰੋਂ ਜਿਹੜੀ ਉਚਾਰਨ ਕੀਤੀ ਨੂੰ ਇਸ ਕਰਕੇ ਧੁਰ ਕੀ ਬਾਣੀ ਕਿਹਾ ਜਾਂਦਾ ਹੈ। ਇਹਨੂੰ ਇਸ ਕਰਕੇ ਸੱਚੀ ਬਾਣੀ ਕਿਹਾ ਜਾਂਦਾ। ਜਿਸ ਸੱਚੀ ਬਾਣੀ ਦੇ ਨਾਲ ਅਸੀਂ ਜੁੜਨ ਦਾ ਯਤਨ ਕਰਨਾ ਹੈ। ਗੁਰੂ ਦੀ ਬਾਣੀ ਇੱਕ ਗੱਲ ਯਾਦ ਰੱਖਿਓ, ਗੁਰੂ ਦੀ ਬਾਣੀ ਸਾਨੂੰ ਸੰਸਾਰ ਨਾਲੋਂ ਤੋੜਦੀ ਹੈ, ਸਾਨੂੰ ਅੰਦਰ ਦੇ ਨਾਲ ਜੋੜਦੀ ਹੈ। ਇਹ ਗੱਲ ਯਾਦ ਰੱਖਿਓ, ਗੁਰੂ ਦੀ ਬਾਣੀ ਸਾਨੂੰ ਸੰਸਾਰ ਨਾਲੋਂ ਤੋੜਦੀ ਹੈ, ਸਾਨੂੰ ਆਪਣੇ ਅੰਦਰ ਨਾਲ ਜੋੜਦੀ। ਜਿਹੜਾ ਆਪਣੇ ਅੰਦਰ ਨਾਲ ਜੁੜ ਗਿਆ ਸਮਝ ਲਓ ਆਪਣੇ ਧੁਰੇ ਨਾਲ ਜੁੜ ਗਿਆ। ਇਹਨੂੰ ਧੁਰ ਕੀ ਬਾਣੀ ਇਸ ਕਰਕੇ ਕਿਹਾ। ਸੋ ਮੈਂ ਇਹਨਾਂ ਬਚਨਾਂ ਦੇ ਨਾਲ ਹੀ ਸਮਾਪਤੀ ਕਰਾਂ ਜੀ। ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਤਨਾਮ ਸਿੰਘ ਜੀ ਸਲੋਪਰ ਜੀ ਜੋ ਸਾਡੇ ਵਿਚਕਾਰ ਬੈਠੇ ਹੋਏ ਨੇ। ਸੰਗਤ ਨੂੰ ਬੇਨਤੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਬੈਠ ਕੇ ਉਹਨਾਂ ਦੀਆਂ ਕੀਮਤੀ ਵਿਚਾਰਾਂ ਨੂੰ ਆਪਾਂ ਸਰਵਣ ਕਰੀਏ। ਬੜੇ ਪਿਆਰ ਦੇ ਅੰਦਰ ਰਹਿ ਕਰਕੇ ਆਪਾਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨ ਦਾ ਯਤਨ ਕਰੀਏ ਜੀ। ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਨੀਆਂ ਤਾਂ ਕਿ ਸਾਡੇ ਲੋਕ ਸੁਖੀਏ, ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋ ਸਕਣ ਜੀ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਵੀਰ ਜੀ ਦੀਆਂ ਕੀਮਤੀ ਵਿਚਾਰਾਂ ਨੂੰ ਸਰਵਣ ਕਰੀਏ ਜੀ। ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।